जन्म मरण दुख जाए। वाहिगुरु साहिब जी बाल जवानी अर बिरद फुन तीन अवस्था जान। कहो नानक हर भजन बिन बिरथा सब ही मान। करनो हुतो सो ना कियो परयो लोभ कै फंद। नानक समयो रम गयो अब क्यों रोवत अंद। नानक समयो रम गयो अब क्यों रोवत अंद। वाहिगुरु जी का खालसा वाहिगुरु जी की फतेह। साहिब सतगुरु परम गुरुदेव साहिब श्री गुरु ग्रंथ साहिब जी गुरुदेव पिता दे इस पावन स्थान ते सज बैठे गुरु प्यारे सतसंगी जनों, बड़े वजद अंदर भाई साहब होना ने सानू कीर्तन सरवण कराया है। धन धन श्री गुरु तेग बहादुर साहब सतगुरु जिन्हां दा पावन 400 साला प्रकाश पुरब आपां सारे मना रहे हैं। ते गुरु दे पुरब नूं मनाउण दा रस्ता ही ये है, गुरु दे बचनां नूं पढ़ समझ के मानना आरंभ कर दईए। बड़ा सोहना गुरुदेव की कृपा नाल उपराला है तां जो धन धन श्री गुरु तेग बहादुर साहब जिनके दिन मनाते हो उनकी बात भी माना करो। ये तां करके चल रहे ने समागम, जिहड़ी गुरु की बात है गुरु की सिक्ख्या है उसनूं आपां मन सकीए कबूल कर सकीए। भाई साहब जी शब्द गायन करके गए ने ते बाणी गुरु का उपदेश साडे जीवन का सहारा है। गुर मेरा संग सदा है नाले सिमर सिमर तिस सदा संभाले। थोड़ा जा तुसी पिछे चले जाओ 40-50 साल चलो, बजुर्ग दादियाँ नानियाँ मातावां जां बजुर्ग बच्चियां नूं शब्द सिखाया करते सन, शब्द याद कराया करते सन भी जदों मुश्किल बने बाणी का सहारा लें। छोटे छोटे बच्चे थिर कर बैसो हर जन प्यारे सतगुरु तुम करे काज सवारे। दुष्ट दूत परमेसर मारे जन की पैज रखी करतारे। शब्द याद होणगे आप जी नूं। ये शुरू तो आपां सुने अपने परिवार च बजुर्गां कोलों। गुर मेरा संग सदा है नाले सिमर सिमर ते सदा संभाले। तेरा कीया मीठा लागै हर नाम पदारथ नानक मांगे। क्योंकि जदों भी मन डोलदा है बाणी सानू सहारा बख्शिश करदी है। जदों भी कोई मन डोले, कोई चिंता होए, कोई दुख होए, कुछ भी होए, बाणी का सहारा लेना। ते बाणी साडे वास्ते खजाना है। ते सियाणे कहंदे ने पैसा गंठ बाणी कंठ। गुरु का बचन याद आएगा उसे वेले मन ने ठहर जाने। जैसी थॉट आउंदी है वैसी फीलिंग आउंदी है। तुसीं वेखियो थॉट पहलों विचार पहलों आउंदी है, फीलिंग बाद विच आउंदी है। जे विचार माड़ा है फिर साडी बॉडी लैंगुएज भी इसे तरह की हो जाती है, ढैन दी कला दी।
ਜੇ ਖਿਆਲ ਚੰਗਾ ਹੈ, ਕਿਸੇ ਦਾ ਫੋਨ ਆਇਆ ਬੰਦਾ ਖੁਸ਼ ਹੋ ਗਿਆ, ਕਿਸੇ ਦਾ ਫੋਨ ਆਇਆ ਤੇ ਬੰਦਾ ਰੋਣ ਲੱਗ ਪੈਂਦਾ। ਕੀ ਸੁਣਿਆ? ਵਿਚਾਰ ਹੀ ਸੁਣੇ ਨੇ। ਵੀ ਜੈਸਾ ਵਿਚਾਰ ਸੁਣਿਆ ਵੈਸਾ ਅਹਿਸਾਸ ਪ੍ਰਗਟ ਹੋਇਆ। ਤੇ ਗੁਰਮੁਖੋ ਜੇ ਬਾਣੀ ਦੀ ਵਿਚਾਰ ਹੈ, ਗੁਰੂ ਸ਼ਬਦ ਦਾ ਸਹਾਰਾ ਹੈ, ਫਿਰ ਸਦਾ ਹੀ ਚੜ੍ਹਦੀ ਕਲਾ ਹੈ। ਫਿਰ ਸਦਾ ਹੀ ਹੇ ਮੇਰੇ ਮਾਲਕ ਵਾਹਿਗੁਰੂ, ਹਰ ਕਾ ਨਾਮ ਹਿਰਦੈ ਨਿਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਫਿਰ ਸਦਾ ਹੀ ਨਾਲ ਹੈ ਗੁਰੂ, ਸਦਾ ਹੀ ਉਸ ਮਾਲਕ ਦੀ ਹਾਜ਼ਰ ਨਾਜ਼ਰਤਾ ਨੂੰ ਰੱਬ ਦਾ ਪਿਆਰਾ ਮੰਨਦਾ। ਫਿਰ ਕੁਝ ਵੀ ਹੋਏ, ਘਾਟਾ ਹੈ ਵਾਧਾ ਹੈ, ਫਿਰ ਮਨ ਕਹੇਗਾ ਗੁਰੂ ਦੀ ਬਾਣੀ ਦਾ ਸਹਾਰਾ ਲੈ ਕੇ ਕੋਈ ਨਹੀਂ ਮਣਾ, ਕਹਿ ਦੇ ਮਾਲਕ ਨੂੰ ਤੇਰਾ ਕੀਆ ਮੀਠਾ ਲਾਗੇ। ਠੀਕ ਹੈ, ਕਬੂਲ ਹੈ ਮੈਨੂੰ, ਹਰ ਨਾਮ ਪਦਾਰਥ ਨਾਨਕ ਮੰਗੇ। ਬਾਣੀ ਸਹਾਰਾ ਹੈ, ਬਾਣੀ ਆਧਾਰ ਹੈ। ਗੁਰੂਦੇਵ ਨੇ ਬਚਨ ਕੀਤੇ, ਜਿਵੇਂ ਕੋਈ ਪੰਛੀ ਹੈ, ਕੋਈ ਜੀਵ ਹੈ, ਪਾਣੀ ਨਾ ਨਾ ਮਿਲੇ ਮਰ ਜਾਏਗਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਇਸ ਤੋਂ ਬਿਨਾਂ ਆਧਾਰ ਨਹੀਂ, ਆਸਰਾ ਨਹੀਂ। ਸੋ ਸ਼ਬਦ ਆਪਾਂ ਸਰਵਣ ਕੀਤਾ, ਮਨਾਂ ਨੂੰ ਗੁਰੂਦੇਵ ਨੇ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਹੈ। ਆਓ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ, ਜਿਨ੍ਹਾਂ ਦੇ ਨਿਰੰਤਰ ਪਾਵਨ ਬਚਨਾਂ ਨਾਲ ਆਪਾਂ ਜੁੜ ਰਹੇ ਹਾਂ। ਪੜਾ ਦਰ ਪੜਾ ਸਾਹਿਬ ਦੇ ਪਾਵਨ ਸਲੋਕਾਂ ਦੀ ਵਿਚਾਰ ਹੁਣ ਸੰਪੂਰਨਤਾ ਵੱਲ ਜਾ ਰਹੀ ਹੈ। ਸਾਹਿਬ ਦੀ ਕਿਰਪਾ ਨਾਲ 34 ਸਲੋਕਾਂ ਦੀ ਵਿਚਾਰ ਆਪਾਂ ਕਰ ਲਈਏ। ਆਓ ਇਸ ਤੋਂ ਅੱਗੇ ਆਰੰਭਤਾ ਤੋਂ ਪਹਿਲਾਂ ਸਾਰੇ ਪਿਆਰ ਸਹਿਤ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਸਾਡੀਆਂ ਸਰੀਰ ਦੀਆਂ 3 ਅਵਸਥਾਵਾਂ ਦਾ ਜ਼ਿਕਰ ਕੀਤਾ। ਸਰੀਰ ਵੀ ਸਾਡਾ 3 ਅਵਸਥਾਵਾਂ 'ਚੋਂ ਲੰਘਦਾ, ਮਨ ਦੀਆਂ ਵੀ 3 ਹੀ ਅਵਸਥਾਵਾਂ ਨੇ। ਸਰੀਰ ਪਹਿਲੋਂ ਬਾਲ ਹੈ, ਬੱਚਾ ਹੈ, ਫਿਰ ਜਵਾਨ ਹੈ, ਫਿਰ ਬੁਢੇਪਾ ਹੈ। ਇਸੇ ਤਰ੍ਹਾਂ ਮਨ ਦੀਆਂ ਅਵਸਥਾਵਾਂ, ਅਚੇਤ ਮਨ, ਫਿਰ ਸੁਚੇਤ ਮਨ, ਫਿਰ ਇੱਕ ਉਨਮਨ, ਜਿੱਥੇ ਕੋਈ ਹੋਰ ਫੁਰਨਾ ਮਾਲਕ ਤੋਂ ਬਿਨਾਂ ਨਹੀਂ। ਤੇ ਜੇ ਆਪਾਂ ਆਤਮ ਦੀ ਅਵਸਥਾ ਵੇਖੀਏ ਨਾ, ਗੁਰੂਦੇਵ ਨੇ ਸਤ ਚਿੱਤ ਆਨੰਦ, ਇਹ ਆਤਮ ਦੀ ਅਵਸਥਾ ਹੈ, ਸਤ ਚਿੱਤ ਆਨੰਦ। ਤੇ ਜਿੱਥੇ ਗੁਰੂਦੇਵ ਨੇ ਸਰੀਰ ਦੇ ਇਹ ਪੜਾਅ ਜ਼ਿਕਰ ਕੀਤੇ ਨੇ, ਪੜਾਅ ਕੋਈ ਵੀ ਹੋਏ, ਜ਼ਰੂਰੀ ਨਹੀਂ ਆਪਾਂ ਕਹੀਏ ਵੀ ਬੁਢੇਪੇ 'ਚ ਹੀ ਬੰਦੇ ਨੇ ਸੰਸਾਰ ਤੋਂ ਜਾਣਾ। ਸੁਚੇਤ ਕਰ ਰਹੇ ਨੇ ਸਤਿਗੁਰੂ, ਟਾਲੀ ਨਾ, ਡਿਲੇ ਨਾ ਕਰੀ। ਸਾਡੀ ਆਦਤ ਹੈ ਕੱਲ ਤੇ ਕੰਮ ਪਾਉਣਾ। ਭਗਤ ਜੀ ਕਹਿੰਦੇ ਐਸਾ ਨਾ ਕਰੀ। ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ ਵਢੰਤੋ ਜਾਏ। ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚਿਓ ਆਏ। ਭਗਤ ਜੀ ਕਹਿੰਦੇ ਟਾਲ ਮਟੋਲ ਨਾ ਕਰੀ, ਅੱਜ ਨੂੰ ਕੱਲ ਤੇ ਨਾ ਪਾਈ, ਕੱਲ ਨੂੰ ਪਰਸੋਂ ਤੇ ਨਾ ਪਾਈ। ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ। ਗੁਰੂ ਤੇਗ ਬਹਾਦਰ ਸਾਹਿਬ ਵੀ ਇਹ ਕਿਰਪਾ ਕਰਦੇ ਨੇ। ਜ਼ਰੂਰੀ ਨਹੀਂ ਵੀ ਉਡੀਕਣਾ ਵੀ ਬੁਢੇਪਾ ਹੈ। ਤੇ ਆਪਾਂ ਅੱਜ ਕੱਲ੍ਹ ਕਹਿੰਦੇ ਹਾਂ ਕੋਵਿਡ ਦਾ ਸਮਾਂ ਚੱਲ ਰਿਹਾ ਵੀ ਬਜ਼ੁਰਗਾਂ ਨੂੰ ਖਤਰਾ ਹੈ। ਜ਼ਰੂਰੀ ਨਹੀਂ, ਬਜ਼ੁਰਗ ਵੀ ਬਚ ਗਏ ਨੇ ਬੜੇ। ਇਹ ਨਾ ਕਹੀਏ ਵੀ ਬੱਚਿਆਂ ਨੂੰ, ਜਵਾਨਾਂ ਨੂੰ ਕੁਝ ਨਹੀਂ ਕਹਿੰਦਾ। ਕੋਈ ਬੱਚੇ ਜਵਾਨ ਵੀ ਸੰਸਾਰ ਤੋਂ ਚਲੇ ਗਏ। ਨਾ ਬਾਰਕ ਨਾ ਜੋਬ ਨੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੂਝੀਐ ਜੋ ਆਏ ਪਰੇ ਜੰਮ ਪੰਦ।
ਉਹ ਨਹੀਂ ਵੇਂਦਾ ਵੀ ਤੂੰ ਕੌਣ ਹੈ, ਬੱਚਾ ਹੈ, ਜਵਾਨ ਹੈ, ਬੁੱਢਾ ਹੈ। ਸਾਹਿਬ ਦੀ ਪਾਵਨ ਬਾਣੀ ਨੇ ਬਚਨ ਕੀਤਾ ਜਿਵੇਂ ਕਿਸਾਨ ਹੈ। ਵੇਖੋ ਗੁਰਮੁਖੋ, ਕਿਸਾਨ ਨੇ ਆਪਣੀ ਫਸਲ ਬੀਜੀ ਹੈ। ਕਿਸਾਨ ਦੀ ਮਰਜ਼ੀ ਹੈ ਫਸਲ ਨੂੰ ਜਦੋਂ ਮਰਜ਼ੀ ਵੱਢ ਲਏ, ਉਹਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਮਾਲਕ ਦੀ ਮਰਜ਼ੀ ਹੈ। ਉਹ ਮਾਲਕ ਵਾਹਿਗੁਰੂ ਜਦੋਂ ਮਰਜ਼ੀ, ਅਕਾਲ ਪੁਰਖ ਦਾ ਹੁਕਮ ਜੰਮਣ ਹੈ, ਹੁਕਮ ਮਰਨ ਹੈ। ਹੁਕਮੇ ਜੰਮਣ ਹੁਕਮੇ ਮਰਨਾ। ਸੋ ਹਰੀ ਨਹ ਨਾ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਜਿਵੇਂ ਕਿਸਾਨ ਹਰੀ ਵੱਢੇ, ਅੱਧ ਕੱਚੀ ਪੱਕੀ ਵੱਢੇ ਜਾਂ ਪੂਰੀ ਪੱਕੀ ਵੱਢ ਲੈ। ਇਸੇ ਤਰ੍ਹਾਂ ਗੁਰਦੇਵ ਜੀ ਕਹਿੰਦੇ ਮਾਲਕ ਦੇ ਅਧੀਨ ਹੈ ਸਾਰੀ ਸ੍ਰਿਸ਼ਟੀ, ਆਵਣ ਜਾਣ ਵਾਹਿਗੁਰੂ ਦੇ ਹੱਥ ਵਿੱਚ ਹੈ। ਮਤਾਂ ਕੋਈ ਕਹੇ ਵੀ ਮੈਂ ਇੱਥੋਂ ਜਾਣਾ ਹੀ ਨਹੀਂ ਹੈ, ਮੈਂ ਸਦੀਵੀ ਹੈ। ਜੋ ਜਨਮੈ ਸੋ ਜਾਣੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾੜ ਪ੍ਰਾਣੀ। ਸਤਿਗੁਰ ਕਹਿੰਦੇ ਉਹਨੇ ਜਿੱਦਾਂ ਮਰਜ਼ੀ ਕਿਸਾਨ ਚਾਹੇ ਕੱਚੀ ਪੱਕੀ ਵੱਢੇ, ਇਸੇ ਤਰ੍ਹਾਂ ਜੋ ਜਨਮੈ ਸੋ ਜਾਣੋ ਮੂਆ। ਇਸ ਸੰਸਾਰ ਆ ਪੜਾ ਦਰ ਪੜਾ ਸਰੀਰ ਬਦਲ ਜਾਂਦਾ ਹੈ ਕਾਲ ਦੇ ਨਾਲ। ਹੁਣ ਸਵਾਲ ਹੈ, ਸਾਹਿਬ ਜੀ ਕਹਿੰਦੇ ਵਿਅਰਥ ਕਿਉਂ ਚਲਾ ਗਿਆ? ਹੁਣ ਭਾਵੇਂ ਧੰਨ ਗੁਰੂ ਨਾਨਕ ਸਾਹਿਬ ਨੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ 3 ਅਵਸਥਾਵਾਂ ਬਿਆਨ ਕੀਤੀਆਂ ਨੇ, ਧੰਨ ਗੁਰੂ ਨਾਨਕ ਸਾਹਿਬ ਨੇ 10 ਅਵਸਥਾਵਾਂ ਵੀ ਬਿਆਨ ਕੀਤੀਆਂ ਨੇ। ਪਰ ਕਿਸੇ, ਸਾਹਿਬ ਜੀ ਕਹਿੰਦੇ ਕਿਸੇ ਦਾ ਬਚਪਨ ਫਰੋਲ ਕੇ ਵੇਖ ਲਓ, ਉੱਥੇ ਬੇਸਮਝੀ ਹੁੰਦੀ ਹੈ। ਜਵਾਨੀ ਫਰੋਲ ਕੇ ਵੇਖੋ, ਬੜੇ ਰਸ ਕਸ ਦੁਨੀਆ ਦੇ ਤਮਾਸ਼ੇ ਨੇ। ਬੁਢੇਪਾ ਫਰੋਲ ਕੇ ਵੇਖੋ, ਪਛਤਾਵਾ ਹੁੰਦਾ, ਰੱਬ ਦਾ ਜ਼ਿਕਰ ਹੀ ਨਹੀਂ ਆਉਂਦਾ। ਆ ਕਰਤੇ ਦਾ ਤੇ ਜ਼ਿਕਰ ਹੀ ਨਹੀਂ ਆਇਆ। ਨਾ ਜਵਾਨੀ 'ਚ ਆਇਆ, ਨਾ ਬੁਢੇਪੇ 'ਚ ਆਇਆ, ਨਾ ਬਚਪਨ 'ਚ ਹੀ ਆਇਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਪਹਿਲੋਂ ਸਭ ਤੋਂ ਪਹਿਲੋਂ ਆ ਭੁੱਖ ਲੱਗਦੀ ਹੈ, ਬੱਚੇ ਦੀ ਸਾਂਝ ਬਣਦੀ ਹੈ ਮਾਂ ਕੋਲੋਂ ਮਿਲਿਆ ਹੋਇਆ ਦੁੱਧ ਰੂਪ ਅੰਦਰ ਭੋਜਨ। ਦੂਜੇ ਮਾਏ ਬਾਪ ਕੀ ਸੁਧ, ਫਿਰ ਇਸ ਨੂੰ ਪਤਾ ਲੱਗਾ ਮਾਂ ਹੈ, ਆ ਪਿਤਾ ਹੈ। ਤੀਜਾ ਭਈਆ ਭਾਬੀ ਬੇ, ਫਿਰ ਪਤਾ ਲੱਗ ਗਿਆ ਭਰਾ ਹੈ, ਆ ਪਰਿਵਾਰ ਦੇ ਜੀ ਨੇ। ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਝ ਕੀਆ ਕਰਵਾਸ। ਹੁਣ ਵਿਆਹ ਹੋ ਗਿਆ, ਹੁਣ ਚਲੋ ਪਰਿਵਾਰ ਹੋ ਗਿਆ, ਹੁਣ ਇਕੱਠਾ ਕਰਦਾ। ਹੁਣ ਇਹ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੀਵਨ ਤੋਰਿਆ। 8ਵੇਂ ਕ੍ਰੋਧ ਹੋਆ ਤਨ ਨਾਸ, ਫਿਰ ਜਦੋਂ ਕਮਾ ਕਮਾ ਕੇ ਵੇਖ ਲਿਆ, ਫਿਰ ਗੁੱਸਾ, ਫਿਰ ਖਿੱਝਦਾ ਹੈ, ਫਿਰ ਲੜਦਾ ਹੈ, ਫਿਰ ਚਿੰਤਾ ਕਰਦਾ ਹੈ। 9ਵੇਂ ਧੌਲੇ ਉਬੇ ਸਾਹ, 10ਵੇਂ ਦੱਦਾ ਹੁਆ ਸੁਆ। ਗਈ ਸੰਗੀਤ ਪੁਕਾਰੀ ਤਾ, ਉੱਡਿਆ ਹੰਸ ਚਲਾਏ ਰਾ। ਸਾਥੀ ਸਨ ਜਿਹੜੇ ਉਹ ਛੱਡ ਕੇ ਚਲੇ ਗਏ, ਅੱਗੇ ਹੰਸ ਇਕੱਲੇ ਦਾ ਇਕੱਲਾ ਰਹਿ ਗਿਆ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਜੀਵਨ ਦੇ ਪੜਾਅ ਦਰ ਪੜਾਅ ਨੂੰ ਫਰੋਲ ਕੇ ਵੇਖਿਆ, ਬਹੁਤ ਕੁਝ ਮਿਲਿਆ। ਸੰਬੰਧੀ ਮਿਲੇ, ਕਾਰੋਬਾਰ ਮਿਲਿਆ, ਸੱਜਣ ਮਿਲੇ, ਧਨ ਮਿਲਿਆ, ਗੁੱਸਾ ਮਿਲਿਆ, ਹੰਕਾਰ ਮਿਲਿਆ, ਲੋਭ ਮਿਲਿਆ। ਨਹੀਂ ਮਿਲਿਆ ਤੇ ਤੇਰੇ ਜੀਵਨ 'ਚ ਅਕਾਲ ਪੁਰਖ ਨਹੀਂ ਮਿਲਿਆ। 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵੈ। 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇ ਪਾਵੈ। 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੈ। 70 ਸਾਲ ਦਾ ਹੋ ਗਿਆ, ਹੁਣ ਯਾਦਾਸ਼ਤ ਕਮਜ਼ੋਰ ਹੋ ਜਾਂਦੀ, ਮੈਮਰੀ ਲਾਸ ਹੋ ਗਈ, ਨਹੀਂ ਯਾਦ ਰਹਿੰਦਾ। 80 ਦਾ ਹੋ ਗਿਆ, ਹੁਣ ਵਿਸ਼ਵਾਸ ਨਹੀਂ ਕਰਦੇ। ਹੁਣ ਪਾਲਿਸੀ ਵਾਲੇ ਵੀ ਵਿਸ਼ਵਾਸ ਨਹੀਂ ਕਰਦੇ। ਨਹੀਂ, ਸਾਹਿਬ ਜੀ ਕਹਿੰਦੇ ਹੁਣ ਕੋਈ ਵਿਵਹਾਰ ਨਹੀਂ। ਹੁਣ ਜੀਵਨ ਦੇ ਅੰਦਰ ਨਿਰੰਤਰ ਵਰਤਦਾ ਰਿਹਾ ਵਰਤਾਰਾ। ਹੁਣ ਇਸੇ ਤਰ੍ਹਾਂ ਸਾਰਾ ਜੀਵਨ ਨਿਕਲ ਜਾਂਦਾ ਹੈ, ਤੁਰਦਾ ਤੁਰਦਾ ਤੁਰਦਾ। ਸਾਹਿਬ ਜੀ ਕਹਿੰਦੇ ਉਸ ਮਾਲਕ ਤੋਂ ਬਿਨਾਂ ਜੀਵਨ ਵਿਅਰਥ ਅਜਾਈਂ ਚਲਾ ਗਿਆ। ਨਿਰੰਤਰ
ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ, ਸਾਡੇ ਮਨੁੱਖਾਂ ਦੀ ਕਹਾਣੀ ਹੈ। ਬਾਣੀ ਨੇ ਨਾ ਗੁਰਮੁਖੋ ਯਾਦ ਰੱਖਿਓ 2 ਕਥਾਵਾਂ, ਵੈਸੇ ਤੇ ਗੁਰਦੇਵ ਨੇ ਬੜੇ ਢੰਗ ਵਰਤੇ ਨੇ, ਕੋਈ ਨਾ ਕੋਈ ਸਾਨੂੰ ਸਮਝ ਆ ਜਾਏ। ਸਾਡੇ ਜੀਵਨ ਅੰਦਰ, ਸਾਡੇ ਧਰਮ ਅੰਦਰ ਜੋ ਵੀ ਕਥਾਵਾਂ ਸਨ, ਉਹ ਕਿਸੇ ਵੀ ਧਰਮ ਦੀਆਂ ਹੁਣ ਸਾਹਿਬ ਨੇ ਵਰਤ ਲੀਆਂ, ਰਾਮ ਦੀ, ਰਾਵਣ ਦੀ, ਉਹ ਵਰਤ ਲੀਆਂ ਗੁਰਦੇਵ ਨੇ। ਕਿਉਂ? ਸਤਿਗੁਰ ਚਾਹੁੰਦੇ ਨੇ ਮੇਰੇ ਬੱਚਿਆਂ ਨੂੰ ਸਮਝ ਆ ਜਾਏ। ਰੋਲੇ ਹੋਣਗੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਲੋਕ, ਮੇਰਾ ਸਿੱਖ ਨਾ ਰੁਲੇ, ਸਤਿਗੁਰ ਕਹਿੰਦੇ। ਗੁਰੂ ਦਾ ਪਿਆਰਾ ਕਿਉਂ ਰੁਲੇ? ਗੁਰਦੇਵ ਤਾਂ ਕਰਕੇ ਤਰਸ ਭਰੀ ਮਿਹਰਾਮਤ ਸਾਡੇ ਤੇ ਕਰਦੇ ਨੇ, ਸਮਝਾਉਂਦੇ ਨੇ ਸਾਨੂੰ। ਬਾਰ-ਬਾਰ ਸਾਹਿਬ ਨੇ ਸਾਨੂੰ ਸਮਝਾਇਆ ਵੀ ਸਾਡੇ ਜੀਵਨ ਦੇ ਅੰਦਰ ਉਹ ਜਾਗਰਤੀ, ਉਹ ਭਾਵ, ਉਹ ਅਹਿਸਾਸ ਪੈਦਾ ਹੋ ਜਾਏ, ਨਹੀਂ ਤੇ ਵਿਅਰਥ ਹੈ ਸਭ ਕੁਝ ਜੀਵਨ ਦੇ ਅੰਦਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਤਰਸ ਸਾਡੇ ਤੇ ਨਿਰੰਤਰ ਕਰਦੇ ਨੇ। ਆ ਸਲੋਕਾਂ ਵਿੱਚ ਨਿਰੰਤਰ ਗੁਰਦੇਵ ਨੇ ਤਰਸ ਸਾਡੇ ਤੇ ਇਹ ਬਖਸ਼ਿਸ਼ ਕੀਤੀ ਹੈ। ਹੁਣ ਜਿਹੜੀਆਂ ਅਵਸਥਾਵਾਂ ਨੇ ਇਹ ਸਰੀਰ ਦੀਆਂ ਜਾਂ ਸਰੀਰ ਦੇ ਪੜਾਅ ਨੇ, ਤੁਸੀਂ ਵੇਖੋ ਇੱਕ ਦਿਨ ਨੂੰ ਧੱਕਾ ਰਾਤ ਨੇ ਮਾਰਿਆ, ਸੁੱਖ ਨੂੰ ਦੁੱਖ ਅੱਗੇ ਤੋਰ ਦਿੰਦਾ ਹੈ, ਦੁੱਖ ਫਿਰ ਸੁੱਖ ਵਿੱਚ ਕਨਵਰਟ ਹੋ ਜਾਂਦਾ ਹੈ। ਸਾਡੇ ਹਾਸੇ ਰੋਣ ਵਿੱਚ ਬਦਲ ਜਾਂਦੇ ਨੇ। ਤੇ ਤਾਂ ਹੀ ਇਹਨੂੰ ਦੁਨੀਆ ਨੂੰ 2 ਨੀਹਾਂ, ਆਪਾਂ ਦੁਨੀਆ ਦੇ ਅਰਥ ਪੁਰਾਣੇ ਬਜ਼ੁਰਗ ਕਰਦੇ ਸਨ। ਦੁਨੀਆ ਆਪਾਂ ਕਹਿੰਦੇ ਸਮਾਜ, ਤੇ ਪੁਰਾਣੇ ਬਜ਼ੁਰਗ ਕਿਹਾ ਕਰਦੇ ਸੀ ਦੁਨੀਆ ਦਾ ਅਰਥ ਹੈ 2 ਨੀਹਾਂ, ਜਿਹਦੀਆਂ 2 ਨੀਹਾਂ ਨੇ। ਇਹ ਦੁਨੀਆ ਖਲੋਤੀ ਦਵੈਤ ਦੇ ਉੱਤੇ, ਦਵੈਤ ਦਾ ਅਰਥ ਹੈ 2 ਤੇ ਖਲੋਤਾ ਹੈ, ਜਿਹੜਾ 2 ਤੇ ਖਲੋਤਾ ਹੈ। ਤੇ ਦਵੈਤ, ਮੈਂ ਅੱਗੇ ਬੇਨਤੀ ਕਰ ਰਿਹਾ, ਦਵੈਤ ਦੀ ਕਹਾਣੀ 2 ਕਥਾਵਾਂ ਬਾਣੀ ਅੰਦਰ। ਜਿਹੜੀ ਦੁਨੀਆ ਦੀ ਕਹਾਣੀ ਹੈ, ਸਾਡੀ ਗੱਲ ਹੈ, ਮਨੁੱਖ ਦੀ ਗੱਲ ਹੈ, ਉਹ ਕਾਲ ਦੇ ਉੱਤੇ ਖਲੋਤੀ ਹੈ। ਸਤਿਗੁਰੂ ਨੇ ਪਹਿਰਿਆਂ ਰਾਹੀਂ ਜ਼ਿਕਰ ਕੀਤਾ, ਮਹੀਨਿਆਂ ਰਾਹੀਂ ਜ਼ਿਕਰ ਕੀਤਾ। ਜਦੋਂ ਸਾਨੂੰ ਸਮਝਾਉਂਦੇ ਨੇ, ਉਹ ਕਾਲ ਦੀ ਗੱਲ ਗੁਰੂ ਕਰਦੇ ਨੇ। ਸਾਡੀ ਜੀਵਨ ਦੀ ਕਥਾ ਕਾਲ ਅਧੀਨ ਹੈ, ਪਰ ਇੱਕ ਅਕਥ ਕਥਾ ਹੈ, ਇੱਕ ਅਕਾਲ ਪੁਰਖ ਦੀ ਕਥਾ ਹੈ ਬਾਣੀ ਅੰਦਰ, ਜਿਹੜੀ ਕਾਲ 'ਚ ਨਹੀਂ ਵਰਤੀ। ਜਿਹੜਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸਾਡੀ ਕਥਾ, ਸਾਡੀਆਂ ਕਹਾਣੀਆਂ, ਸਾਡੇ ਜੀਵਨ ਦਾ ਵਰਤਾਂਤ, ਜਵਾਨੀ ਬੁਢੇਪੇ 'ਚ ਬਦਲ ਗਈ, ਬੁਢੇਪਾ ਮੌਤ ਵਿੱਚ ਬਦਲ ਗਿਆ। ਇਹ ਬਦਲ ਰਿਹਾ, ਇਹ 2 ਨੀਹਾਂ ਤੇ ਹੈ। ਸਭ ਕੁਝ ਇਹ ਕਾਲ ਤੇ ਖਲੋਤਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਕਾਲ ਪੁਰਖ, ਉੱਥੇ ਸਮਾਂ ਨਹੀਂ। ਜਦੋਂ ਰੱਬ ਦੀ ਗੱਲ ਆਏਗੀ, ਸਮੇਂ ਦੀ ਗੱਲ ਨਹੀਂ ਆਪਾਂ ਕਰ ਸਕਦੇ। ਉਹ ਅਕਾਲ ਮੂਰਤ ਹੈ ਵਾਹਿਗੁਰੂ। ਤੇ ਸਾਰੇ ਆਖੋ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿੱਥੇ ਆਇਆ ਕਾਲ ਵਿੱਚ? ਨਹੀਂ ਆਇਆ ਕਾਲ। ਤੇ ਸਾਡੀ ਗੱਲ ਕਾਲ 'ਚ ਹੈ, ਤੇ ਗੁਰਦੇਵ ਉਹ ਕਾਲ ਦਾ ਸਾਨੂੰ ਗਿਆਨ ਦੇ ਰਹੇ ਨੇ, ਬੋਧ ਦੇ ਰਹੇ ਨੇ। ਕਿਉਂਕਿ ਜਿੰਨਾ ਚਿਰ ਤੱਕ ਇਹ ਸਾਧਨ ਸਰੀਰ ਸਾਡੇ ਕੋਲ ਹੈ, ਕੁਝ ਹੋ ਸਕਦਾ ਹੈ। ਬਾਬਾ ਫਰੀਦ ਜੀ ਨੇ ਕਿਹਾ ਨਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇੜਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਬੰਦਾ ਕਹਿ ਦਿੰਦਾ ਅੱਜ ਨਹੀਂ ਕੱਲ, ਅੱਜ ਨਹੀਂ ਕੱਲ। ਕਿਸੇ ਨੇ ਕਿਹਾ ਸੱਜਣਾ ਨਿਕਲਿਆ ਨਹੀਂ ਜਾਣਾ ਤੇਰੇ ਕੋਲ, ਅਸੀਂ ਬੜੇ ਡੁੱਬਦੇ ਵੇਖੇ ਇਸ ਦਰਿਆ ਦੇ ਵਿੱਚ, ਤੇ ਅੱਜ ਕੱਲ ਛੱਲਾਂ ਆ ਹੀ ਜਾਣੀਆਂ। ਕਹਿਣ ਲੱਗਾ ਕੋਈ ਗੱਲ ਨਹੀਂ, ਅਜੇ ਕਢਾ ਗਈਆਂ, ਕੱਲ ਨੂੰ ਬੇੜਾ ਬਣਾਊਂਗਾ, ਕੱਲ ਨੂੰ ਬਣਾਊਂਗਾ, ਕੱਲ ਨੂੰ ਬਣਾਊਂਗਾ। ਅੱਜ ਪਾਣੀ ਦੀਆਂ ਛੱਲਾਂ ਆ ਗਈਆਂ, ਹੁਣ ਬੇੜਾ ਬਣਾਉਣ ਦਾ ਵਕਤ ਨਹੀਂ ਰਿਹਾ, ਨਹੀਂ ਰਿਹਾ। ਬਾਬਾ ਫਰੀਦ ਜੀ ਕਹਿੰਦੇ ਇਸੇ ਤਰ੍ਹਾਂ ਬੇੜਾ ਬੰਧਣ ਦਾ ਵੇਲਾ ਹੈ। ਜਦੋਂ ਫਿਰ ਵੇਲਾ ਨਿਕਲ ਗਿਆ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਹੱਥ ਨਾ ਲਾਈ ਕਸੁੰਬੜੈ ਜਲ ਜਾਸੀ ਢੋਲਾ। ਆ ਕਸੁੰਬੇ ਦਾ ਰੰਗ ਬਹੁਤ ਥੋੜ੍ਹੇ ਸਮੇਂ ਦਾ, ਹੱਥ ਲਾਇਆ ਮੁਰਝਾ ਗਿਆ। ਇਸੇ ਤਰ੍ਹਾਂ ਛਿੰਨ ਭੰਗਰ ਹੈ ਸਾਹਿਬ ਜੀ ਕਹਿੰਦੇ ਦੁਨੀਆ। ਆ ਪਦਾਰਥ ਬੜੀ ਛੇਤੀ ਸੁਭਾਅ ਬਦਲ ਲੈਂਦੇ। ਯਾਦ ਰੱਖਿਓ, ਪਦਾਰਥ ਬੜੀ ਛੇਤੀ ਸੁਭਾਅ ਬਦਲਦਾ, ਗੁਰੂ ਨਹੀਂ ਬਦਲਦਾ। ਅਕਾਲ ਪੁਰਖ ਦਾ ਸੁਭਾਅ ਥੋੜ੍ਹਾ ਬਦਲਿਆ ਜਾਣਾ, ਗੁਰੂ ਦਾ ਸੁਭਾਅ ਹੀ ਹੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਹੀ ਹੈ ਜੋ ਬਾਬਾ ਮੱਖਣ ਸ਼ਾਹ ਵੇਲੇ ਸੀ, ਜੋ ਅੱਜ ਵੀ ਹੈ। ਸਤਿਗੁਰੂ ਜੋਤ ਰੂਪ ਆਪਾਂ ਦਰਸ਼ਨ ਕਰ ਹੀ ਰਹੇ ਹਾਂ। ਪਦਾਰਥ ਬਹੁਤ ਛੇਤੀ ਬਦਲਦਾ, ਉਹਦਾ ਸੁਭਾਅ ਬਦਲ ਜਾਂਦਾ। ਤਾਂ ਕਰਕੇ ਬਾਬਾ ਫਰੀਦ ਜੀ ਕਹਿੰਦੇ ਇਹਦਾ ਵਿਸ਼ਵਾਸ ਨਾ ਕਰਕੇ ਬੈਠਾ ਰਹੀ, ਆਪਣਾ ਬੇੜਾ ਬੰਨ, ਆਪਣੇ ਆਸਤੇ ਕੁਝ ਰੱਖ। ਤੇ ਮੈਂ ਅਕਸਰ ਬੇਨਤੀ ਕਰਦੇ, ਅੱਜ ਵੀ ਵੀਰਾਂ ਨਾਲ ਵਿਚਾਰ ਹੋ ਰਹੀ ਸੀ, ਨੌਜਵਾਨਾਂ ਨਾਲ, ਵੀ ਬਹੁਤ ਕੁਝ ਆਪਾਂ ਸੈੱਟ ਕੀਤਾ, ਘਰ ਸੈੱਟ ਹੋ ਗਿਆ, ਬੱਚੇ ਸੈੱਟ ਹੋ ਗਏ, ਸੋਫਾ ਸੈੱਟ ਆ ਗਿਆ, ਡਿਨਰ ਸੈੱਟ ਆ ਗਿਆ, ਪਰ ਆਪ ਆਪਾਂ ਅਪਸੈਟ ਹੀ ਤੁਰੇ ਫਿਰਦੇ ਹਾਂ, ਝੱਲੇ ਹੋ ਗਏ, ਕੁਝ ਨਹੀਂ ਸੋਚ ਰਿਹਾ। ਇੱਕ ਗੋਲੀ ਸਵੇਰੇ ਖਾਧੀ, ਇੱਕ ਸ਼ਾਮ ਨੂੰ ਖਾਧੀ, ਕੀ ਕਰੀਏ ਫਿਰ? ਅਪਸੈਟ ਹੋ ਗਏ, ਜੀਵਨ ਹੋਰ ਪਾਸੇ ਚਲਾ ਗਿਆ, ਬੇੜਾ ਬੱਧਾ ਨਹੀਂ ਆਪਣਾ। ਹੋਰ ਤੇ ਬੜਾ ਕੁਝ ਬੰਨ ਲਿਆ, ਤੇ ਬੰਨ ਲਿਆ। ਸਾਹਿਬ ਜੀ ਕਹਿੰਦੇ ਨਾ ਛੱਡ, ਨਾ ਛੱਡ, ਕੋਈ ਗੱਲ ਨਹੀਂ। ਕਾਲ ਕੋਲ ਆਪਾਂ ਕਿਉਂ ਡਰਦੇ ਹਾਂ? ਕਿਉਂਕਿ ਕਾਲ ਛਡਾਉਂਦਾ ਸਾਡੇ ਕੋਲ, ਛਡਾਉਂਦਾ, ਖੋਹਦਾ ਸਾਡੇ ਕੋਲ। ਤੇ ਮੌਤ ਕੋਲ ਕਿਉਂ ਸਭ ਤੋਂ ਵੱਡਾ ਡਰ ਸਾਨੂੰ ਮੌਤ ਦਾ? ਕਿਉਂਕਿ ਉਹਨੇ ਸਭ ਕੁਝ ਹੀ ਖੋਹ ਲੈਣਾ, ਸਭ ਕੁਝ ਹੀ ਖੁੱਸ ਜਾਣਾ ਉੱਥੇ। ਭਗਤ ਕਬੀਰ ਜੀ ਕਹਿੰਦੇ ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਕਹਿੰਦੇ ਨੇ, ਪਲਿਆ ਵਹਿੰਦਿਆਂ ਵਹਿੰਦਿਆਂ ਬਚਪਨ ਜਵਾਨੀ 'ਚ ਬਦਲਿਆ, ਜਵਾਨੀ ਬੁਢੇਪੇ 'ਚ ਬਦਲੀ, ਬੁਢੇਪਾ ਅੱਗੇ ਬਦਲ ਜਾਂਦਾ। ਜੀਵਨ ਵਿਅਰਥ ਅਜਾਈਂ ਚਲਾ ਗਿਆ। ਫਰੋਲ ਕੇ ਵੇਖਦਾ ਬੰਦਾ, ਕੁਝ ਵੀ ਨਹੀਂ ਮਿਲਦਾ, ਕੁਝ ਵੀ ਨਹੀਂ। ਉਹ ਆਪਾਂ ਕਹਿੰਦੇ ਵੀ ਫੁੱਲ ਚੁਗਲੇ, ਫੁੱਲ ਹੁੰਦੇ ਨਹੀਂ, ਬਹੁਤੇ ਕਰਮਾਂ ਦੇ ਕੰਡੇ ਹੀ ਹੁੰਦੇ ਨੇ, ਮਾਫ ਕਰਨ। ਆਪਾਂ ਕਹਿੰਦੇ ਨਾ ਫੁੱਲ ਚੁਗਲੇ, ਅੰਗੀਠਾ ਸਾਂਭ ਲਿਆ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਤੇ ਹੋਰ ਮੈਂ ਬੇਨਤੀ ਕਰਾਂ ਭਾਗਾਂ ਵਾਲਿਓ, ਜ਼ਰੂਰ ਆਪਣੇ ਵਾਸਤੇ ਇੱਕ ਤਾਂ ਆਪਾਂ ਅੰਤਿਮ ਅਰਦਾਸ ਕਰਦੇ ਹਾਂ। ਆਪਾਂ ਭਾਈ ਸਾਹਿਬ ਅਰਦਾਸ ਕਰਦੇ ਨੇ ਵੀ ਫਲਾਣੇ ਦੀ ਆਤਮਾ ਨੂੰ ਸ਼ਾਂਤੀ ਦੇਣਾ। ਪਹਿਲੀ ਗੱਲ, ਆਤਮਾ ਕਦੇ ਸ਼ਾਂਤ ਨਹੀਂ ਹੁੰਦੀ, ਆਤਮਾ ਕਦੇ ਵੀ ਆਤਮਾ ਤੇ ਸ਼ਾਂਤ ਹੀ ਹੈ, ਰੱਬ ਦਾ ਸਰੂਪ ਹੈ। ਭਟਕਣਾ ਉਸ ਤੋਂ ਉੱਤੇ ਆ ਕੇ ਵਾਪਰਦੀ, ਫਿਰ ਮਨ ਬੁੱਧ ਚਿੱਤ ਅੰਗ, ਉੱਥੇ ਆ ਕੇ ਫਿਰ ਦੁੱਖ ਹੋਰ ਆਦ ਵਿਆਦ ਉਪਾਦ। ਖੈਰ ਉਹ ਬੜਾ ਵੱਡਾ ਵਿਸਥਾਰ ਹੈ ਬਾਣੀ ਅੰਦਰ। ਖੈਰ ਚਲੋ ਰਵਾਇਤ ਬਣੀ ਹੁੰਦੀ, ਉਹ ਤੁਰਦੀ ਰਹਿੰਦੀ ਹੈ। ਤੇ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਦੇ, ਕਰਨੀ ਚਾਹੀਦੀ ਹੈ ਚਲੋ। ਪਰ ਮੈਂ ਬੇਨਤੀ ਕਰਾਂ, ਕਦੇ ਆਪਾਂ ਜਿਉਂਦਿਆਂ ਵੀ ਅਰਦਾਸ ਕਰ ਲਈਏ, ਸਤਿਗੁਰੂ ਮੈਨੂੰ ਸ਼ਾਂਤੀ ਨਹੀਂ ਮਿਲੀ, ਕਿਰਪਾ ਕਰਕੇ ਬਖਸ਼ ਦੇ। ਜਿੰਦੇ ਜੀ ਅਰਦਾਸ ਕਰੀਏ ਨਾ ਸਤਿਗੁਰੂ ਕੋਲ, ਹੇ ਸਤਿਗੁਰੂ ਆ ਬਚਪਨ ਲੰਘ ਗਿਆ, ਸਤਿਗੁਰੂ ਜਵਾਨੀ ਲੰਘ ਗਈ, ਕੀ ਕਰਾਂ? ਕੁਝ ਨਾ ਕੁਝ ਤੇ ਜੀਵਨ 'ਚ ਵਰਤਾ ਦੇ, ਥੋੜ੍ਹੀ ਬਹੁਤ ਸ਼ਾਂਤੀ ਤੇ ਮਿਲ ਜੇ ਸਤਿਗੁਰੂ। ਕੁਝ ਘੜੀਆਂ ਤੇਰੀ ਯਾਦ ਵਿੱਚ ਮੈਂ ਆਨੰਦ ਖੇੜੇ ਨਾਲ ਬਤੀਤ ਕਰਕੇ ਚਲਾ ਜਾ। ਕਿੰਨੇ ਸੰਤਾਂ, ਠੀਕ ਹੈ ਇਤਿਹਾਸ ਭਰਿਆ, ਜਿਨ੍ਹਾਂ ਜਿਨ੍ਹਾਂ ਨੇ ਪੁਕਾਰ ਕੀਤੀ ਗੁਰੂ ਕੋਲ ਆ ਕੇ, ਗੁਰੂ ਨੇ ਬਖਸ਼ ਲਿਆ ਉਹਨਾਂ ਪਿਆਰਿਆਂ ਨੂੰ। ਸਤਿਗੁਰੂ ਨੇ ਵੇਖਿਆ ਫਿਰ ਕਿੱਡੀ ਡੂੰਘੀ ਗਹਿਰੀ ਅਰਦਾਸ ਇਹਨਾਂ ਦੇ ਅੰਦਰੋਂ ਨਿਕਲੀ। ਤੁਰੰਤ ਗੁਰਦੇਵ ਨੇ ਉਦਾਤ ਵਰਤਾਤੀ, ਛੈਬਰ ਲਾਤੀ। ਤੇ ਜ਼ਰੂਰ ਅਰਦਾਸ ਕਰੀਏ। ਆ ਬਦਲ ਰਿਹਾ ਬਚਪਨ, ਜਵਾਨੀ, ਬੁਢੇਪਾ। ਫਿਰ ਸਾਡੀ ਹੋਰ ਮਨ ਦੀ ਇੱਕ ਆਦਤ ਹੈ, ਬਚਪਨ 'ਚ ਤੇ ਆਸ ਹੈ ਵੀ ਜਵਾਨ ਹੋਣਾ ਹੈ, ਜਵਾਨ ਨੂੰ ਆਸ ਹੈ ਬੁਢੇਪਾ ਹੁਣ ਅੱਗੇ ਕਿੱਥੇ ਹੈ। ਪਰ ਸੱਚ ਜਾਣਿਓ, ਸਰੀਰ ਨਹੀਂ ਪਿੱਛੇ ਮੁੜ ਸਕਦਾ, ਮਨ ਜ਼ਰੂਰ ਮੁੜ ਜਾਂਦਾ। ਤਾਂ ਕਰਕੇ ਆਪਾਂ ਅਕਸਰ ਕਹਿੰਦੇ ਵੀ ਬਜ਼ੁਰਗ ਬੰਦੇ ਜਿਹੜੇ ਨੇ ਬੱਚਿਆਂ ਵਾਲੀਆਂ ਗੱਲਾਂ ਕਰਨ ਲੱਗ ਪੈਂਦੇ। ਧਨ ਕੋਲੋਂ ਵਿਚਾਰੇ ਕੋਲੋਂ ਨਹੀਂ ਮੁੜਿਆ ਗਿਆ, ਨਾ ਹੀ ਮੁੜਿਆ ਜਾਣਾ। ਜਿਵੇਂ ਕੋਈ ਨਦੀ ਦੁਨੀਆ ਦੀ, ਤੁਸੀਂ ਵੇਖੋ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਹੋ, ਸਿਆਣੀ ਸੰਗਤ ਹੈ ਗੁਰੂ ਕਿਰਪਾ ਨਾਲ ਇੱਥੇ। ਕੋਈ ਵੀ ਨਦੀ ਹੈ ਸਮੁੰਦਰ ਨੂੰ ਓਵਰਟੇਕ ਨਹੀਂ ਕਰਦੀ, ਕਿੱਡੀ ਵੀ ਵੱਡੀ ਹੋਵੇ। ਤੇ ਗੁਰਮੁਖੋ ਕੋਈ ਵੀ ਸਰੀਰ ਸ਼ਮਸ਼ਾਨ ਘਾਟ ਨੂੰ ਓਵਰਟੇਕ ਨਹੀਂ ਕਰਦਾ ਵੀ ਭੱਜਾਂਗੇ ਚਲੇ ਜਾਵਾਂਗੇ, ਨਹੀਂ, ਸਰੀਰ ਨਹੀਂ ਮੁੜ ਸਕਦਾ। ਔ ਜੋ ਦਿਸਣ ਢੇਰੀਆਂ ਉੱਪਰ ਜੰਮੇ ਕੱਖ। ਕਿਸੇ ਫਕੀਰ ਨੇ ਅੱਜ ਵੇਖਿਆ ਜੋ ਸਚਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਯਾਦ ਕਰਾਉਂਦੇ ਨੇ। ਔ ਜੋ ਦਿਸਣ ਢੇਰੀਆਂ ਉੱਪਰ ਜੰਮੇ ਕੱਖ, ਉੱਥੇ ਗਿਆ ਨਾ ਕੋਈ ਬੌੜਿਆ, ਜਾਂਦੇ ਦਿਸੇ ਲੱਖ। ਜਾਣ ਦਾ ਰਾਹ ਹੈ ਤੇ ਚਲਾ ਗਿਆ, ਫਿਰ ਮੁੜ ਕੇ ਨਹੀਂ ਆਇਆ।
ਉਹ ਚਲਾ ਗਿਆ। ਸਰੀਰ ਨਹੀਂ ਮੁੜਦਾ, ਮੁੜਦਾ ਹੈ ਤੇ ਮਨ ਮੁੜਦਾ ਹੈ। ਵਾਸ਼ਨਾਵਾਂ ਮਨ 'ਚ ਵਰਤ ਰਹੀਆਂ। ਟਿਕਾਉਣਾ ਆਪਾਂ ਮਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਰ-ਬਾਰ ਸੰਬੋਧਨ ਮਨ ਨੂੰ ਕਰ ਰਹੇ ਨੇ, ਬਾਰ-ਬਾਰ। ਇਹਦੇ ਕਰਕੇ ਦੁੱਖ ਅਸ਼ਾਂਤ ਮਨ ਹੈ ਤੇ ਕਿਹਾ ਕਰੀਏ ਧੰਨ ਗੁਰੂ ਤੇਗ ਬਹਾਦਰ ਸਤਿਗੁਰੂ ਬਖਸ਼ਿਸ਼ ਕਰ ਸ਼ਾਂਤੀ, ਬਖਸ਼ਿਸ਼ ਕਰ ਖੇੜਾ। ਥੋੜ੍ਹਾ ਬਹੁਤ ਭਜਨ ਦੇ, ਬਾਣੀ ਦੇ, ਸਹਿਜ ਪਾਠ ਦੇ, ਜੋ ਵੀ ਤੈਨੂੰ ਪਾਉਂਦਾ ਜੀਵਨ 'ਚ ਖੈਰ ਥੋੜ੍ਹੀ ਬਹੁਤ ਪਾ, ਤਾਂ ਜੋ ਜੀਵਨ ਸਫਲ ਹੋ ਸਕੇ। ਤੇ ਨਹੀਂ ਤਾਂ ਸਾਹਿਬ ਜੀ ਕਹਿੰਦੇ ਲੰਘਦਿਆਂ ਲੰਘਦਿਆਂ ਲੰਘ ਹੀ ਗਏ। ਬਾਬਾ ਫਰੀਦ ਜੀ ਦਾ ਮੈਨੂੰ ਬੋਲ ਚੇਤੇ ਆ ਗਿਆ, ਕਿਉਂਕਿ ਬਾਬਾ ਫਰੀਦ ਜੀ ਜਿਸ ਇਲਾਕੇ 'ਚ ਰਹੇ ਨੇ ਉੱਥੇ ਖਜੂਰਾਂ ਬੜੇ ਲੋਕਾਂ ਦਾ ਮਨ ਭਾਉਂਦਾ ਪਦਾਰਥ। ਬਾਬਾ ਫਰੀਦ ਜੀ ਕਹਿੰਦੇ ਰੱਬ ਖਜੂਰੀ ਪੱਕੀਆਂ, ਮਾਖਿਆ ਨਈ ਵਹਨ। ਸ਼ਹਿਦ ਦੀਆਂ ਨਦੀਆਂ, ਇਹਦਾ ਅਰਥ ਇਹ ਹੈ ਆ ਦਾਤਾਂ ਰੱਬ ਦੀਆਂ ਹੀ ਖਜੂਰਾਂ ਨੇ ਨਾ। ਆ ਜਿਹੜੀਆਂ ਖਜੂਰ ਮਿੱਠੀ ਹੁੰਦੀ, ਆ ਜਿੰਨੀ ਦਾਤ ਮਿੱਠੀ ਲੱਗਦੀ ਹੈ ਤੇ ਨਹੀਂ ਲੱਗਦਾ ਤੇ ਮਾਫ਼ ਕਰਨਾ, ਉਹ ਰੱਬ ਹੀ ਮਿੱਠਾ ਨਹੀਂ ਲੱਗਦਾ। ਮਿੱਠੀਆਂ ਨੇ ਦਾਤਾਂ, ਖਜੂਰਾਂ ਨੇ, ਰੱਬ ਦੀਆਂ ਨੇ। ਮਾਖਿਆ ਨਈ ਵਹਨ, ਮਾਖਿਓ ਸ਼ਹਿਦ ਦੀਆਂ ਨਦੀਆਂ। ਆ ਕਿੰਨੇ ਰਸ ਪੈਦਾ ਕੀਤੇ ਨੇ। ਪਰ ਬਾਬਾ ਫਰੀਦ ਜੀ ਕਹਿੰਦੇ ਬੰਦਿਆ ਖਿਆਲ ਕਰੀ, ਖਜੂਰਾਂ ਬੜੀਆਂ ਸੋਹਣੀਆਂ ਪੱਕੀਆਂ ਨੇ, ਮਾਖੋ ਬੜੀ ਸੋਹਣੀ ਹੈ, ਪਰ ਇਹ ਵੀ ਖਿਆਲ ਰੱਖੀ ਘਰ ਵੀ ਜਾਣਾ, ਕਦੇ ਖਜੂਰਾਂ ਖਾਣ 'ਚ ਹੀ ਨਾ ਲੱਗਾ ਰਹੀ, ਕਦੇ ਸ਼ਹਿਦ ਪੀਣ 'ਚ ਹੀ ਨਾ ਲੱਗਾ ਰਹੀ। ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ। ਜਿਹੜਾ ਜਿਹੜਾ ਦਿਨ ਲੰਘਦਾ ਨਾ ਉਮਰ ਨੂੰ ਹੱਥ ਮਾਰ ਕੇ ਜਾਂਦਾ, ਐਵੇਂ ਨਹੀਂ ਜਾਂਦਾ। ਕੁਝ ਖੋ ਕੇ ਲੈ ਕੇ ਜਾਂਦਾ, ਕੁਝ ਖੁੱਸਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਇੱਥੇ ਨਾ ਰਹਿ ਜਾਏ, ਇੱਥੋਂ ਤੱਕ ਨਾ ਰੁਕ ਜਾਏ, ਸੰਭਾਲ ਇਸ ਜੀਵਨ ਨੂੰ, ਨਹੀਂ ਤਾਂ ਫਿਰ ਬਾਲ ਜਵਾਨੀ ਔਰ ਬਿਰਧ ਫੁੰਨ। ਫੁੰਨ ਦਾ ਅਰਥ ਹੈ ਵੀ ਇਹ ਵੀ ਤੀਨ ਅਵਸਥਾ ਜਾਨ, ਜਿਹੜੀਆਂ ਤਿੰਨ ਅਵਸਥਾ ਨੇ। ਕਹੋ ਨਾਨਕ ਹਰ ਭਜਨ ਬਿਨ, ਮਾਲਕ ਦੇ ਭਜਨ ਤੋਂ ਬਿਨਾ ਬਿਰਥਾ ਸਭ ਹੀ ਮਾਂ। ਫਿਰ ਉਹਨੇ ਬਚਪਨ 'ਚ ਹੀ ਕਿਸੇ ਨੇ ਕਿਹਾ ਮੈਂ ਉਹਦੀ ਬੰਦਗੀ ਕਰਨੀ ਹੈ। ਜਵਾਨੀ 'ਚ ਵੀ ਰੱਬ ਦਾ ਪਿਆਰਾ ਜੁੜ ਗਿਆ, ਰੱਬ ਦਾ ਪਿਆਰਾ। ਹਾਂ, ਗੁਰੂ ਦੀ ਬਰਕਤ ਹੋਏ ਤੇ ਨਿਰਾਸ਼ ਨਹੀਂ ਹੋਣਾ ਇਸ ਵਿਹੜੇ 'ਚ। ਗੁਰਮੁਖੋ ਯਾਦ ਰੱਖਿਓ, ਇਹ ਨਹੀਂ ਵੀ ਸਤਿਗੁਰੂ ਨੇ ਬਜ਼ੁਰਗ ਕਿਹਾ ਵੀ ਕੋਈ ਬਜ਼ੁਰਗ ਰੱਬ ਨਾਲ ਨਹੀਂ ਜੁੜ ਸਕਦਾ ਹੁਣ, ਤੇ ਨਹੀਂ। ਜਿੰਨਾ ਚਿਰ ਤੱਕ ਅੰਤਲਾ ਸਵਾਸ ਹੈ ਤੇ ਇਸ ਘਰ ਦੀ ਵਡਿਆਈ 72 ਸਾਲ ਦਾ ਬਜ਼ੁਰਗ ਅੱਜ ਤਖਤ 'ਤੇ ਬਹਿ ਜਾਂਦਾ, 72 ਸਾਲ ਦੇ। ਇਹ ਵਡਿਆਈ 1552 ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਜੋਤੀ ਜੋਤ ਸਮਾਏ ਤੇ ਧੰਨ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ। ਤੇ ਕਿੰਨੀ ਉਮਰ ਸੀ? ਵਡੇਰੀ ਉਮਰ। ਤੇ 1552 ਤੋਂ ਲੈ ਕੇ ਗੁਰਮੁਖੋ 74 ਤੱਕ ਕਿੰਨਾ ਲੰਬੇਰਾ ਸਮਾਂ ਸੇਵਾ ਨਿਭਾਈ। ਤੇ ਪਤਾ ਨਹੀਂ ਮਾਲਕ ਨੇ ਕਿਹੜੀ ਉਮਰ 'ਚ ਕਿਹੜੀ ਦਾਤ ਵਰਤਾ ਦੇਣੀ। ਪਰ ਇਹ ਜ਼ਰੂਰ ਸਤਿਗੁਰ ਕਹਿ ਰਹੇ ਨੇ, ਜੇ ਬਚਪਨ 'ਚ ਨਹੀਂ, ਜਵਾਨੀ ਵੀ ਲੰਘ ਗਈ, ਬੁਢੇਪਾ ਵੀ ਲੰਘ ਗਿਆ। ਤੇ ਉਹ ਬਚਪਨ ਵੀ, ਉਹ ਜਵਾਨੀ ਵੀ, ਉਹ ਬੁਢੇਪਾ ਵਿਅਰਥ ਜਾਣੋ। ਜਿਵੇਂ ਕੋਈ ਮਕਾਨ ਬਿਲਕੁਲ ਉੱਤੇ ਟੈਂਕੀ ਰੱਖਣੀ ਸੀ ਬਸ, ਤੇ ਧੜਾਮ ਥੱਲੇ ਡਿੱਗ ਜਾਏ, ਬਨੇਰੇ 'ਤੇ ਆ ਕੇ ਥੱਲੇ ਡਿੱਗ ਜਾਏ, ਫਾਇਦਾ ਕੀ ਫਿਰ ਉਹਦਾ ਬਨੇਰਾ ਬਣਾਉਣ ਦਾ? ਫਾਇਦਾ ਕੀ ਸੀ ਉਹਦੇ ਅੰਦਰ ਫਰਨੀਚਰ ਰੱਖਣ ਦਾ, ਡੈਕੋਰੇਸ਼ਨ ਕਰਨ ਦਾ? ਹੁਣ ਜਿੱਥੇ ਸਾਹਿਬ ਜੀ ਕਹਿੰਦੇ ਏਡੀ ਵੱਡਾ ਜੀਵਨ ਖਲੋਤਾ ਸੀ ਤੇ ਪਰ ਹੈ ਕੱਖ ਵੀ ਨਹੀਂ, ਆਖਰ ਨੂੰ ਫਿਰ ਖੇ ਦਾ ਖੇ ਹੀ ਰਹਿ ਜਾਏ, ਫਿਰ ਕੀ ਲਾਭ ਹੋਇਆ? ਤੇ ਗੁਰਦੇਵ ਜੀ ਕਹਿੰਦੇ ਨੇ ਹੁਣ ਐਸੇ ਜੀਵਨ ਵਿੱਚ ਵਿਅਰਥਤਾ ਆ ਜਾਂਦੀ ਹੈ ਜਿੱਥੇ ਮਾਲਕ ਦੀ ਸਿਫਤ ਬੰਦਗੀ ਨਹੀਂ ਰਹਿ ਜਾਂਦੀ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ,
ਅਬ ਕਿਉਂ ਰੋਵਤ ਅੰਧ। ਕਰਨਾ ਸੀ, ਨਹੀਂ ਕੀਤਾ। ਜ਼ਰੂਰੀ ਸੀ ਜਿਹੜਾ, ਤੇ ਅਸੀਂ ਕਰਦੇ ਉਹੀ ਹਾਂ ਜਿਹਨੂੰ ਜ਼ਰੂਰੀ ਸਮਝਦੇ ਹਾਂ। ਜਿਹੜਾ ਜ਼ਰੂਰੀ ਨਹੀਂ ਅਸੀਂ ਕਰਦੇ ਵੀ ਨਹੀਂ। ਕਰਦੇ ਆਪਾਂ ਉਹਨਾਂ ਵਾਸਤੇ ਹਾਂ ਜਿਹੜੇ ਆਪਣੇ ਹੋਣ, ਬਗਾਨਿਆਂ ਵਾਸਤੇ ਆਪਾਂ ਕੁਝ ਨਹੀਂ ਕਰਦੇ। ਸਾਰੀ ਜ਼ਿੰਦਗੀ ਵੇਖੋ ਕਿਹਨਾਂ ਵਾਸਤੇ ਕੀਤੀ, ਆਪਣਿਆਂ ਵਾਸਤੇ ਕਮਾਇਆ ਨਾ। ਤੇ ਕੀ ਕੀਤਾ ਕੀ ਹੈ? ਜ਼ਰੂਰੀ ਸਮਝ ਲਿਆ। ਪੜ੍ਹਾਈ ਜ਼ਰੂਰੀ ਸਮਝੀ ਤੇ ਕਰ ਲਈ। ਤੇ ਕਿੰਨਾ ਉਹ ਗੁਰਮੁਖ ਪਿਆਰਾ ਹੋਏਗਾ ਜਿਹਨੇ ਜਪਜੀ ਸਾਹਿਬ ਵੀ ਜ਼ਰੂਰੀ ਸਮਝਿਆ, ਸੁਖਮਨੀ ਸਾਹਿਬ ਵੀ ਜ਼ਰੂਰੀ ਸਮਝਿਆ, ਸਹਿਜ ਪਾਠ ਵੀ ਜ਼ਰੂਰੀ ਸਮਝਿਆ। ਕਿੰਨਾ ਉਹ ਭਾਗਾਂ ਵਾਲਾ ਹੋਏਗਾ। ਉਹਨੇ ਫਿਰ ਉਹ ਵੀ ਨਾਲ ਰੱਖਿਆ, ਉਹਨੂੰ ਵੀ ਕੀਤਾ। ਜਿਹਨੇ ਰੱਬ ਨੂੰ ਵੀ ਜ਼ਰੂਰੀ ਸਮਝਿਆ। ਨਹੀਂ ਤੇ ਬੰਦਾ ਕਹਿ ਦਿੰਦਾ, ਪਰਵਾਨਾ ਜੀ ਨੇ ਬੜੀ ਪਿਆਰੀ ਗੱਲ ਲਿਖੀ, ਅੱਜ ਪਿਓ ਪੁੱਤ ਤੁਰੇ ਘਰੋਂ, ਕੀ ਕਾਰਨ ਸੀ? ਮੱਝ ਗਵਾਚ ਗਈ ਸੀ। ਪੁਰਾਣਾ ਸਮਾਂ ਸੀ। ਚੱਲ ਪੁੱਤਰ ਆਪਾਂ ਮੱਝ ਲੱਭ ਕੇ ਲਿਆਉਂਦੇ। ਚੱਲ ਬਾਪੂ। ਤੇ ਤੁਰੇ ਗਏ। ਅੱਗੇ ਮਸੀਤ ਆਈ। ਪਿਤਾ ਨੇ ਕਿਹਾ, ਅੱਲਾ ਮੱਝ ਮਿਲ ਜਾਏ 20 ਰੁਪਏ ਤੁਹਾਨੂੰ ਚੜਾਊਂਗਾ। ਉਹਨਾਂ ਸਮਿਆਂ 'ਚ 20 ਰੁਪਏ ਦੀ ਮੱਝ ਹੁੰਦੀ ਸੀ, 20-30 ਦੀ। ਅੱਗੇ ਗਿਆ, ਮੰਦਰ ਆਇਆ, ਹੇ ਰਾਮ ਮੱਝ ਮਿਲ ਜਾਏ 20 ਰੁਪਏ ਦਾਨ ਕਰਾਂਗਾ। ਅੱਗੇ ਹੋਰ ਥਾਂ ਆਇਆ, ਅਰਦਾਸ ਕੀਤੀ 20 ਰੁਪਏ ਇੱਥੇ ਦਾਨ ਕਰਾਂਗਾ। ਤੇ ਬੱਚਾ ਕਹਿਣ ਲੱਗਾ, ਬਾਪੂ ਘਰ ਚੱਲਦੇ ਆ। ਕਹਿਣ ਲੱਗਾ ਵੀ ਕਿਉਂ? ਮੱਝ ਲੱਭਣ ਚੱਲੇ ਆ ਤੇ ਮੱਝ ਲੱਭ ਕੇ ਲਿਆਵਾਂਗੇ ਨਾ। ਕਹਿਣ ਲੱਗਾ, ਬਾਪੂ ਘਾਟਾ ਬੜਾ ਪੈਣਾ, 60 ਰੁਪਏ ਤੂੰ ਸੁੱਖ ਲਏ ਨੇ, 20 ਰੁਪਇਆਂ ਦੀ ਮੱਝ ਹੈ, 40 ਦਾ ਘਾਟਾ ਪੈ ਜਾਣਾ। ਤੇ ਬਾਪੂ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਪੁੱਤਰ, ਮੱਝ ਦਾ ਰੱਸਾ ਹੱਥ 'ਚ ਆ ਜਾਏ ਫਿਰ ਸਾਡੀ ਮਰਜ਼ੀ, ਕਿੱਥੇ ਕੀ ਚੜਾਉਣਾ। ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ, ਰੱਬ ਦੀ ਤੇ ਕੋਈ ਗੱਲ ਨਹੀਂ, ਠੀਕ ਹੈ। ਲੋਗਣ ਰਾਮ ਖਿਲੋਣਾ ਜਾਣਾ, ਇਹ ਕੋਈ ਜ਼ਰੂਰੀ ਨਹੀਂ ਹੈ, ਆਹ ਜ਼ਰੂਰੀ ਹੈ। ਤੇ ਹੋਰ ਕਹਿ ਦੇਣਾ, ਭਾਗਾਂ ਵਾਲਾ ਕੋਈ ਮੰਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਅੱਜ ਵੇਖ ਰਹੇ ਸਨ, ਸਾਹਮਣੇ ਬੈਠੇ ਨੇ ਜਿਵੇਂ ਤੁਸੀਂ ਬੈਠੇ, ਸਾਰੇ ਆਖੋ ਸਤਿਨਾਮ ਸ਼੍ਰੀ। ਤੇ ਸਾਹਿਬ ਜੀ ਵੇਖ ਰਹੇ ਨੇ। ਤੇ ਸੁਭਾਵਿਕ ਗੁਰੂ ਸਮਝਾਉਣਾ ਚਾਹੁੰਦਾ ਕੁਝ। ਸੁਭਾਵਿਕ ਕੀ ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰੂ ਵਾਰ-ਵਾਰ ਤੁਸੀਂ ਬਾਹਰ ਨੂੰ ਵੇਖ ਰਹੇ ਹੋ, ਕਾਰਨ ਕੀ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਮੈਂ ਵੇਖ ਰਿਹਾ ਕੋਈ ਆਏ, ਮੈਨੂੰ ਮੰਗਣ ਵਾਲਾ ਕੋਈ ਆਏ, ਠੀਕ ਹੈ, ਮੁਬਾਰਕ ਹੈ। ਕੋਈ ਧਨ ਦਾ ਝੋਲਾ ਚੁੱਕ ਕੇ ਲੈ ਗਿਆ, ਪਰਿਵਾਰ ਦਾ ਸੁੱਖ ਲੈ ਗਿਆ, ਕੋਈ ਦੇਹ ਰੋਗਤਾ ਲੈ ਗਿਆ, ਕੋਈ ਕਾਰੋਬਾਰ ਦੀ ਸਫਲਤਾ ਲੈ ਗਿਆ। ਸਾਹਿਬ ਕਹਿੰਦੇ, ਭਾਈ ਗੁਰਦਾਸ ਮੈਂ ਵੇਖਦਾ ਹਾਂ ਕੋਈ ਇਹ ਵੀ ਕਹੇ, ਸਤਿਗੁਰੂ ਮੈਂ ਤੁਹਾਨੂੰ ਲੈਣਾ ਹੈ। ਉਹ ਮੰਗ ਆਏ, ਉਹ ਮੰਗ ਸ੍ਰੇਸ਼ਟ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਪਦਾਰਥ ਮੰਗਣਾ ਮਾੜਾ ਨਹੀਂ, ਪਰ ਇਹ ਨਾ ਹੋਏ ਵੀ ਸਾਰੀ ਜ਼ਿੰਦਗੀ ਪਦਾਰਥ ਤੱਕ ਹੀ ਰਹਿ ਜਾਏ, ਪਰਮਾਰਥ ਦੀ ਕਣੀ ਆ ਜਾਏ ਵਿੱਚ। ਉਹ ਦਾਤ ਮੈਂ ਬੇਨਤੀ ਕਰ ਰਿਹਾ। ਇੱਕ ਤੇ ਆਪਾਂ ਆਪਣਿਆਂ ਨੂੰ ਤਵੱਜੋ ਦਿੰਦੇ ਹਾਂ, ਜੋ ਵੀ ਚੀਜ਼ ਆਪਣੀ ਹੈ ਤਵੱਜੋ ਦੇਵਾਂਗੇ। ਜਿੱਦਣ ਬਾਣੀ ਆਪਣੀ ਹੋ ਗਈ, ਗੁਰੂ ਆਪਣਾ ਹੋ ਗਿਆ, ਤਵੱਜੋ ਜ਼ਰੂਰ ਦੇਵਾਂਗੇ। ਜਿੱਦਣ ਰੱਬ ਆਪਣਾ ਹੋ ਗਿਆ, ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਗੁਰਮੁਖੋ ਆਪਣੇ ਵਿੱਚ ਮਨ ਮੰਨਿਆ ਹੀ ਰਹਿੰਦਾ ਹੈ। ਮਨ ਜਦੋਂ ਵੀ ਰੁੱਝੇਗਾ ਨਾ, ਆਪਣੇ 'ਚ ਰੁੱਝੇਗਾ, ਬੇਗਾਨੇ 'ਚ ਨਹੀਂ ਰੁੱਝ ਸਕਦਾ। ਤੇ ਜਿਹਨੂੰ ਆਪਾਂ ਆਪਣਾ ਜਾਣੇ, ਭਗਤ ਕਬੀਰ ਜੀ ਕਹਿੰਦੇ, ਮੈਂ ਰਾਮ ਨੂੰ ਆਪਣਾ ਕਰਕੇ ਜਾਣ ਲਿਆ, ਮਨ ਨਿਕਲਦਾ ਨਹੀਂ ਉੱਥੋਂ ਬਾਹਰੋਂ। ਤੇ ਕਰਦੇ ਹਾਂ ਜਿਹਨੂੰ ਜ਼ਰੂਰੀ ਸਮਝਦੇ ਹਾਂ ਤਾਂ ਕਰਦੇ ਹਾਂ। ਪੜ੍ਹਾਈ ਜ਼ਰੂਰੀ ਸਮਝੀਏ, ਕੀਤੀ ਹੈ। ਨੌਕਰੀ ਜ਼ਰੂਰੀ ਸਮਝੀਏ, ਤੇ ਲੋੜ ਵੀ ਹੈ, ਸਾਨੂੰ ਪਤਾ ਰੋਟੀ ਪਾਣੀ ਭੋਜਨ। ਉਹ ਨੌਕਰੀ ਕੀਤੀ ਹੈ, ਜ਼ਰੂਰੀ ਸਮਝਿਆ, ਕੀਤਾ। ਤੇ ਜਿੱਦਣ ਗੁਰੂ ਕਿਰਪਾ ਕਰੇ ਆ ਵੀ ਕਾਰਜ ਸਾਹਿਬ ਜੀ ਕਹਿੰਦੇ ਜ਼ਰੂਰੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬੜਾ ਜ਼ਰੂਰੀ ਕੰਮ ਹੈ ਜੀਵਨ ਦਾ, ਬਹੁਤ ਉੱਚਾ ਆਦਰਸ਼ ਮਨੋਰਥ ਹੈ ਜੀਵਨ ਦਾ। ਜਿੱਦਣ ਇਹ ਸਮਝਿਆ, ਫਿਰ ਉਹ ਸਮਝ ਲਓ ਕਾਰਜ ਹੋ ਗਿਆ।
नहीं तो होर जो कुछ मर्जी कीता करनो हो तो सो ना कियो, जो करना सी नहीं कीता, होर ते बहुत कुछ कीता है, बस होरां वास्ते बहुत कुछ कीता है, नहीं कीता अपने वास्ते ही नहीं कुछ कीता। ते जिहड़े अपने सन फिर गए संगीत पुकारी धा संगीत साथी सन गए चले गए। तुहानूं पता है साडे रिवाज हुंदा सी, पर हुण ते लोग समझदार हो गए। जदों कोई पुरानी चढ़ाई करदा सी, संस्कार किया जाता सी, फिर तीले तोड़ के आउंदे सन। शायद अज भी होएगा पिंडां 'च। वो तीले तोड़न दा अर्थ ये सी भी सज्जना हुण तेरी साडी सांझ टुट गई, फिर भूतना बन के ना कदे साडे घर वड़ जाए। सुपनियां 'च ही वड़िया रहे ते तीले तोड़ के आउंदे सी भी रह इत्थे ही बस, हुण नहीं लैके जाना, हुण नहीं साथ रहा कोई। हुण पुकारी धा फिर बंदा कल्ला ही धां मारदा रहिंदा है। बंदोबस्त जिन्ने कीते सन छुट गए, सज्जन सन छुट गए, मित्र सन छुट गए, फिर अपने वास्ते तो कुछ कीता नहीं। अपना सज्जन तो चाहिदा सी जिहड़ा अगे कहंदा भी चल सज्जना घबरा ना, जे पैंडे माह अंध गुबारा, हर का नाम संग उजियारा, जहाँ पंथ तेरा को ना सियानू, हर का नाम तै नाल पछानू। उत्थे आइडेंटिटी कार्ड हुंदा, फिर कहना सी कोई गल नहीं, धर्म राए पासे हो गया, लेखे फट गए, जमदूत पासे भज गए, जिहदी सांझ उस मालिक वाहिगुरू दे नाल हो गई। गुरु तेग बहादुर साहब जी सानू जगा रहे हैं, चेतनता बख्शिश करते हैं। बहुत कुछ होया पर कीता काहदे करके, परिओ लोभ कै फंद, लोभ दी फाई, फंदा फाई पा ली। जिवें पुराने समय च चोर जां राह विच लुट्टण वाले वो झाड़ी दे पिछे लोग कई रस्सा सुटदे सन, बंदे दे गल च पै जांदा सी, छुटदा नहीं सी। ते लोभ दा जिहड़ा रस्सा पिया होया, पर वो लोभ कै फंद, उहदे करके नहीं कीता, उहदे करके संगत भी छुट गई, उहदे करके नितनेम भी छुट गया। ते तुसीं बैठे हो माण ना करिओ, कुछ ना कुछ बंधन तोड़ के आए हो गुरु कोल, कुछ ना कुछ छुट्टा है, बंधन टुटे ने। नहीं तो बंदा कहता भी कोई गल नहीं, घंटा शोरूम खोलते हैं, और कोई गल नहीं, मैच लगा है T20 वेहने हैं, कोई गल नहीं। किन्ने रस ने, किन्ने बंधन ने। ते गुरु कोल आए हैं, ये गुरु ने बंधन तड़ाया है साडा कोई ना कोई, तां करके इत्थे बैठे हैं गुरु कोल। नहीं तो लोभ दा बंधन ऐसा है, बंदा हिल ही नहीं सकता, कुछ कर ही नहीं सकिया सारा जीवन। फिर नानक समयों रम गयो, जदों समा चला गया ना, अब क्यों रोवत अंध, फिर हुण कातों रोना है भी मैनू कोई पुछदा नहीं, हुण क्यों रोना है, सारा जीवन तो जिन्हां वास्ते जिस वास्ते गुजारिया है, हुण उन्हां ने नहीं रोना। बंदिया तुरेगा ना घरों, कंधां ने नहीं रोना, कारां जिन्हां वास्ते रोंदा रहा, कारां ने नहीं रोना, कंध ने तो वैन नहीं ना पाने, कार ने तो नहीं ना कहना मेरा मालिक चला गया, बैंक बैलेंस ने तो दुआई नहीं ना पानी भी रोको रोको जाके पाई। किसे ने नहीं रोना, किसे ने नहीं रुकना। मलकल मौत जावसी सब दरवाजे भन, बड़े दरवाजे ने। बंदे ने कहा भी शायद डॉक्टर मेरे को सियाणा है, कबीर वैद कह हो ही भला, दारू मेरा वस ए तो वस्त गोपाल की जब भावै लै खस। कहेगा भी धन का दरवाजा भी तोड़ता, सगे संबंधियां दरवाजा भी तोड़ता, तेरी सियाणप का दरवाजा भी टुट गया। जदों काल आया साहब जी कहते सब दरवाजे भन गए, उन्हें रोकने वाला कोई नहीं। तो आया बिल्कुल टाइम ते, समय ते पहुँचया बिल्कुल। मलकल मौत जावसी सब दरवाजे भन। फिर पछताएगा, फिर रोएगा, फिर साहब जी कहते तेनों रोना ना पए। भगत कबीर जी कहते कबीर ए तन जाहेगा कवनै मार्ग लाए, इनू कुछ ना कुछ ते कम कर। कै संगत कर साध की, कै हर के गुण गाए। कै ऑप्शन नहीं गा इत्थे, कोई गल है। कै संगत कर साध की, नाले साध गुरु की संगत कर, कै हर के गुण गाए। ते संगत कर ते मालिक दे गुण गा, वाहिगुरू तेरा शुक्र है
ਮੂਲ ਮੰਤਰ ਮਾਲਕ ਨੂੰ ਚੇਤੇ ਰੱਖ। ਸਰੀਰ ਤੇ ਜਾਣਾ ਹੀ ਜਾਣਾ ਹੈ, ਕੁਝ ਨਾ ਕੁਝ ਤੂੰ ਆਪਣੇ ਵਾਸਤੇ ਕਰ ਸਕਦਾ। ਕਬੀਰ ਇਹ ਤਨ ਜਾਹੇਗਾ, ਸਕੋ ਤਲ ਹੋ ਬਹੋਰ, ਨਾਂਗੇ ਪਾਉ ਤੇ ਗਏ ਜਿਨ ਕੇ ਲਾ ਕਰੋਰ। ਤੇ ਇਹ ਕਾਰਜ ਹੈ ਗੁਰੂ ਰਾਹੀਂ, ਸੰਗਤ ਰਾਹੀਂ ਉਸ ਕਰਤੇ ਦਾ ਚਿੰਤਨ, ਵਾਹਿਗੁਰੂ ਦੀ ਯਾਦ ਸਿਫਤ ਬਣੀ ਰਹੇ। ਗੁਰੂ ਕਿਰਪਾ ਕਰਨ। ਸਭਨਾਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।